ਔਰ ਪ੍ਰੋਗਰਾਮ ਦੇ ਵਿੱਚ ਲੋ ਤੁਹਾਨੂੰ ਮਿਲਾਉਂਦੇ ਹੁੰਦੇ ਹਾਂ ਅਸੀਂ ਹਰ ਸ਼ੁੱਕਰਵਾਰ ਨੂੰ ਇਸ ਵੇਲੇ ਅਨੂ ਮਲਹੋਤਰਾ ਹੋਰਾਂ ਨਾਲ। ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ, ਫਿਰ ਜਿਹੜੇ ਵਿਸ਼ਿਆਂ 'ਤੇ ਜਿਹੜੇ ਵੱਖ-ਵੱਖ ਮਹਿਮਾਨਾਂ ਨਾਲ ਗੱਲਬਾਤ ਕਰਨੀ ਹੈ ਉਹ ਡੈਫੀਨੇਟਲੀ ਹੋਏਗੀ। ਪਰ ਅਨੂ ਮਲਹੋਤਰਾ ਵਾਲੀ ਮੇਰੇ ਲਾਈਨ 'ਤੇ ਆ ਚੁੱਕੇ ਹੈ ਅਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਅਨੂ ਜੀ, ਵੈਲਕਮ ਕਰਦੇ ਹਾਂ ਤੁਹਾਡਾ। ਹਾਂਜੀ, ਗੁੱਡ ਮਾਰਨਿੰਗ ਐਵਰੀਬਡੀ। ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਅਨੂ ਜੀ। ਔਰ ਜਿਹੜੀ ਸਨੋ ਇਸ ਵਾਰ ਪਈ ਹੈ, ਮੈਂ ਦੇਖ ਰਿਹਾ ਸੀ ਸਾਡੇ ਕਾਫੀ ਸਾਰੇ ਦੋਸਤ ਰਿਲੇਟਿਵ ਇੰਡੀਆ ਦੇ ਵਿੱਚ ਵੀ ਉਹ ਬੜਾ ਇੰਟਰਸਟ ਲੈ ਰਹੇ ਸੀ, ਪੁੱਛ ਰਹੇ ਸੀ ਕਿ ਇੰਨੀ ਸਨੋ ਪਈ ਹੈ ਤੁਹਾਡੇ, ਇੰਨੀ ਸਨੋ ਪਈ ਹੈ। ਸੋ ਕੈਨੇਡਾ ਦੀ ਜਿਹੜੀ ਇਸ ਵਾਰ ਦੀ ਜਿਹੜੀ ਇਹ ਸਨੋ ਪਈ ਹੈ ਇਹ ਰੈਕਡ ਬ੍ਰੇਕਿੰਗ ਸਨੋ ਸੀ ਜਿਹੜੀ ਸਨੋਫਾਲ ਹੋਇਆ, ਔਰ ਇਹਦੀ ਚਰਚਾ ਸਭ ਜਗ੍ਹਾ 'ਤੇ ਹੈ। ਔਰ ਅਸੀਂ ਦੇਖ ਰਹੇ ਹਾਂ ਇੱਥੇ ਵੱਡੇ ਵੱਡੇ ਢੇਰ ਲੱਗੇ ਹੈ। 55 ਸੈਂਟੀਮੀਟਰ ਸਨੋ ਜਿਹੜੀ ਹੈ ਉਹ ਰਿਕਾਰਡ ਕੀਤੀ ਗਈ ਸੀ ਉਸ ਦਿਨ ਜਿਸ ਦਿਨ ਸਨੋ ਸਟਾਰਮ ਆਇਆ ਹੈ। ਔਰ ਕਮਾਲ ਦੀ ਗੱਲ ਇਹ ਹੈ ਕਿ ਹਜੇ ਵੀ ਇਹ ਢੇਰ ਸਨੋ ਦੇ ਉੱਦਾਂ ਹੀ ਬਰਕਰਾਰ ਨੇ, ਕਿਉਂਕਿ ਟੈਂਪਰੇਚਰ ਲਗਾਤਾਰ ਮਾਈਨਸ 'ਚ ਹੀ ਜਾ ਰਿਹਾ ਉਸ ਤੋਂ ਬਾਅਦ। ਔਰ ਮਾਈਨਸ ਵੀ ਅੱਜ ਦੇਖੋ -22-25 ਸੀ ਸਵੇਰੇ। ਤਾਂ ਬਹੁਤ ਠੰਡ ਹੈ, ਬਹੁਤ ਜ਼ਿਆਦਾ ਐਕਸਟ੍ਰੀਮ ਇਸ ਵੇਲੇ ਕੋਲਡ ਵੈਦਰ ਹੈ। ਔਰ ਤੁਹਾਨੂੰ ਅਜੇ ਕਮ ਸੇ ਕਮ 3-4 ਦਿਨ ਇਹਦੇ ਨਾਲ ਹੋਰ ਇਸ ਨੂੰ ਬਰਦਾਸ਼ਤ ਕਰਨਾ ਪਏਗਾ। ਫਿਰ ਪਲੱਸ ਟੈਂਪਰੇਚਰ ਖੈਰ ਜਾ ਰਿਹਾ ਹੈ ਮੰਗਲ ਬੁੱਧਵਾਰ ਤੋਂ, ਅਤੇ ਸਨੋ ਬਾਰਿਸ਼ ਪਏਗੀ, ਸਨੋ ਥੋੜ੍ਹੀ ਘੁੱਲ ਜਾਏਗੀ। ਲੇਕਿਨ ਇਸ ਵੇਲੇ ਤੁਸੀਂ ਬਾਹਰ ਅਗਰ ਨਿਕਲਦੇ ਹੋ, ਅਤੇ ਪਿਛਲੇ ਹਫ਼ਤੇ ਵੀ ਅਸੀਂ ਗੱਲ ਕੀਤੀ ਸੀ ਅਨੂ ਜੀ ਨਾਲ, ਅਤੇ ਉਦੋਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਧਿਆਨ ਨਾਲ ਪੈਰ ਧਰੋ। ਤੁਸੀਂ ਜਰਾ ਪੈਰ ਧਰਦੇ ਹੋ ਅਤੇ ਪੈਰ ਸਲਿੱਪ ਕੀਤਾ ਨਹੀਂ ਅਤੇ ਸੱਟ ਲੱਗੀ ਨਹੀਂ। ਤਾਂ ਇਸ ਕਰਕੇ ਬਹੁਤ ਹੀ ਜ਼ਿਆਦਾ ਕੇਅਰਫੁਲ ਹੋ ਕੇ ਬਾਹਰ ਆਓ। ਔਰ ਗੱਡੀ 'ਚੋਂ ਕਈ ਵਾਰੀ ਬਾਹਰ ਨਿਕਲਦੇ ਹੋ ਔਰ ਤੁਸੀਂ ਬਿਲਕੁਲ ਬੇਧਿਆਨੇ ਗੱਡੀ 'ਚੋਂ ਬਾਹਰ ਪੈਰ ਰੱਖਦੇ ਹੋ, ਸਲਿੱਪ ਕਰ ਸਕਦੇ ਹੋ, ਸੱਟ ਬਹੁਤ ਜ਼ਿਆਦਾ ਲੱਗ ਸਕਦੀ ਹੈ। ਅਤੇ ਅਨੂ ਜੀ, ਤੁਹਾਡੇ ਵਰਗੇ ਸਾਡੇ ਇੱਕ ਐਡਵਰਟਾਈਜ਼ਰ ਨੇ, ਉਹ ਇੰਡੀਆ ਗਏ ਹੋਏ ਸੀ ਅਤੇ ਵਾਪਸ ਆਏ ਹੈ, ਅਤੇ ਉਹ ਮੈਨੂੰ ਦੱਸਣ ਲੱਗੇ, ਕਹਿੰਦੇ ਕਿ ਮੈਂ ਘਰ ਦੇ ਡਰਾਈਵੇ 'ਚੋਂ ਬਾਹਰ ਨਿਕਲਿਆ ਔਰ ਸਲਿੱਪ ਕੀਤਾ ਅਤੇ ਪੈਰ ਉਹਨਾਂ ਦਾ ਮੁੜ ਗਿਆ, ਟਵਿਸਟ ਕਰ ਗਿਆ ਐਂਕਲ ਉਹਨਾਂ ਦਾ, ਅਤੇ ਉਹ ਇਸ ਵੇਲੇ ਮਤਲਬ ਬਹੁਤ ਪੇਨ 'ਚ ਨੇ, ਆਪਣੇ ਘਰ ਦੇ ਡਰਾਈਵੇ 'ਚ ਡਿੱਗ ਗਏ। ਤਾਂ ਮੇਰਾ ਮਤਲਬ ਇਹ ਹੈ ਕਿ ਕਿਤੇ ਵੀ ਡਿੱਗੋ, ਘਰ ਦੇ ਡਰਾਈਵੇ 'ਚ ਡਿੱਗ ਸਕਦੇ ਹੋ, ਕਿਤੇ ਵੀ ਡਿੱਗ ਸਕਦੇ ਹੋ, ਕੇਅਰਫੁਲ ਹੋਣਾ ਚਾਹੀਦਾ। ਲੇਕਿਨ ਕੁਛ ਤੁਹਾਨੂੰ ਬੈਨੀਫਿਟਸ ਮਿਲ ਸਕਦੇ ਆ, ਉਹਦੇ ਬਾਰੇ ਦਿਓ ਅਨੂ ਜੀ ਜਾਣਕਾਰੀ। ਹਾਂਜੀ ਰਜਿੰਦਰ ਜੀ, ਅਸੀਂ ਕੋਲਡ ਮੁਲਕ ਦੇ ਵਿੱਚ ਰਹਿੰਦੇ ਹੈਗੇ ਹਾਂ, ਅਤੇ ਸਨੋ ਜੋ ਹੈ ਸਾਰਿਆਂ ਦੀ ਦਿਸ ਇਜ਼ ਰਿਐਲਿਟੀ ਆਫ ਲਾਈਫ। ਅਤੇ ਕੁਝ ਟਿਪਸ ਮੈਂ ਤੁਹਾਨੂੰ ਦਾਂਗੀ ਵੀ ਜਿਹੜੇ ਬੰਦਿਆਂ ਨੂੰ ਧਿਆਨ ਰੱਖਣ ਚਾਹੀਦੇ ਹੈਗੇ ਨੇ। ਇੱਕ ਸਲਿਪ ਐਂਡ ਫਾਲ ਬਿਕਾਜ਼ ਆਫ ਸਲਿਪਰੀ ਕੰਡੀਸ਼ਨ ਕਿਤੇ ਵੀ ਹੋ ਸਕਦਾ ਹੈਗਾ, ਡਰਾਈਵੇ ਵਿੱਚ ਹੋ ਸਕਦਾ ਹੈਗਾ, ਸਟਰੀਟ ਦੇ ਉੱਤੇ ਹੋ ਸਕਦਾ ਹੈਗਾ, ਸਾਈਡ ਵਾਕ 'ਤੇ ਹੋ ਸਕਦਾ ਹੈਗਾ, ਕਿਸੇ ਮਾਲ ਦੇ ਵਿੱਚ ਹੋ ਸਕਦਾ ਹੈ। ਕਿਉਂਕਿ ਜਦੋਂ ਵੱਡੇ ਮਾਲ ਜਦੋਂ ਤੁਸੀਂ ਐਂਟਰ ਕਰਦੇ ਹੈਗੇ ਹੋ, ਉਹਨਾਂ ਨੂੰ ਐਂਟਰੈਂਸ ਦੇ ਉੱਤੇ ਉਹਨਾਂ ਨੇ ਪ੍ਰੋਪਰ ਮੈਟ ਨਹੀਂ ਰੱਖੇ, ਕਿਉਂਕਿ ਐਂਟਰੈਂਸ 'ਤੇ ਨਾ ਸਭ ਮਾਲ ਵਗੈਰਾ ਉਹ ਬਾਕਾਇਦਾ ਮੈਟ ਰੱਖਦੇ ਨੇ ਤਾਂ ਕਿ ਜਦੋਂ ਬਾਹਰੋਂ ਬੰਦਾ ਸਨੋ ਤੋਂ ਆ ਰਿਹਾ ਹੈਗਾ ਅਤੇ ਜੋ ਆਪਣੇ ਬੂਟਸ ਦੇ ਨਾਲ ਜਿਹੜੇ ਵੀ ਸਨੋ ਵਗੈਰਾ ਲੈ ਕੇ ਆਏ ਅਤੇ ਉੱਥੇ ਹੀ ਕਲੀਅਰ ਹੋ ਜਾਏ, ਤਾਂ ਕਿ ਮਾਲ ਦੇ ਵਿੱਚ ਜਿਹੜਾ ਸਰਫੇਸ ਹੈਗਾ ਉਹ ਜ਼ਿਆਦਾ ਵਾਕ ਵਾਸਤੇ ਸਲਿਪਰੀ ਨਾ ਹੋਏ। ਅਤੇ ਕਈ ਵਾਰ ਬੰਦੇ ਮਤਲਬ ਸਲਿਪ ਐਂਡ ਫਾਲ ਉਹਦੇ ਵੀ ਹੋ ਸਕਦੀ ਹੈਗੀ। ਅਤੇ ਲੋਕੀ ਜਾਂਦੇ ਹੈਗੇ ਨੇ, ਡੌਗਸ ਨੂੰ ਵਾਕ 'ਤੇ ਲੈ ਕੇ ਜਾਂਦੇ ਨੇ, ਕੰਮ 'ਤੇ ਜਾਂਦੇ ਹੈਗੇ ਨੇ, ਅਤੇ ਸਭ ਨੂੰ ਸਾਵਧਾਨ ਰਹਿਣਾ ਚਾਹੀਦਾ। ਪਹਿਲੀ ਗੱਲ ਤਾਂ ਆਪਣੇ ਪ੍ਰੋਪਰ ਤੁਸੀਂ ਬੂਟ ਪਾਓ ਜਿਹਦੀ ਪ੍ਰੋਪਰ ਸੋਲ ਹੋਏ ਤਾਂ ਕਿ ਟਰੈਕਸ਼ਨ ਤੁਹਾਨੂੰ ਸਹੀ ਮਿਲ ਸਕੇ, ਸਲਿਪਰੀ ਨਾ ਹੋ। ਦੂਜੀ ਗੱਲ ਮੈਂ ਲੋਕਾਂ ਨੂੰ ਦੱਸਣਾ ਚਾਹਾਂਗੀ ਵੀ ਜ਼ਰੂਰ ਜਦੋਂ ਤੁਸੀਂ ਬਾਹਰ ਜਾਂਦੇ ਹੋ, ਜੇ ਤੁਹਾਡੀ ਵਾਕ 4-5 ਮਿੰਟ ਦੀ ਵੀ ਹੈਗੀ, ਤੁਸੀਂ ਪ੍ਰੋਪਰ ਵਿੰਟਰ ਕਲੋਥਿੰਗ ਵਿੱਚ ਪਾ ਕੇ ਜਾਓ। ਮੈਂ ਕਈ ਇਸ ਤਰ੍ਹਾਂ ਦੇ ਕੇਸਿਸ ਦੇਖੇ ਨੇ ਜਿਹਦੇ ਵਿੱਚ ਬੰਦਾ ਮਤਲਬ ਘਰੋਂ ਬਾਹਰ ਨਿਕਲਿਆ, ਬੰਦਾ ਸੋਚਦਾ ਵੀ ਹਾਂਜੀ 2-3 ਮਿੰਟਸ ਦੀ ਵਾਕ ਹੈਗੀ, ਲੇਕਿਨ ਜਿਵੇਂ ਸਲਿਪ ਹੋ ਕੇ ਤੁਸੀਂ ਗਿਰ ਗਏ। ਅਤੇ ਜਦ ਤੱਕ ਤੁਸੀਂ ਕਿਸੇ ਐਂਬੂਲੈਂਸ ਨੂੰ ਬੁਲਾਉਂਦੇ ਹੈਗੇ ਹੋ ਜਾਂ ਤੁਹਾਡੇ ਜਾਣ ਪਛਾਣ ਦਾ ਕੋਈ ਆਉਂਦਾ ਹੈਗਾ ਜਾਂ 911 ਕਾਲ ਕਰਦਾ ਹੈਗਾ, ਤਦ ਤੱਕ ਤੁਸੀਂ ਬਾਹਰ ਜਿਹੜਾ ਹੈਗਾ ਤੁਸੀਂ ਠੰਡ ਦੇ ਵਿੱਚ ਪਏ ਰਹੋਗੇ ਜੀ। ਸੋ ਹਰ ਇੱਕ ਕੇਸ ਬੰਦੇ ਜਦ ਤੱਕ 911 ਆਈ, ਜਦ ਤੱਕ ਕੁਛ ਹੋਇਆ, ਉਹ ਬਹੁਤ ਹੀ ਮਾਈਨਸ ਸਮਥਿੰਗ ਟੈਂਪਰੇਚਰ ਹੈਗਾ ਸੀ, ਅਤੇ ਉਹਨਾਂ ਨੂੰ ਜਦ ਤੱਕ ਮਤਲਬ ਬਹੁਤ ਜ਼ਿਆਦਾ ਆਲਮੋਸਟ ਫਰੋਸਟ ਬਾਈਟ ਉਹਨਾਂ ਨੂੰ ਹੋ ਗਈ। ਅਤੇ ਚਾਹੇ ਤੁਸੀਂ ਥੋੜ੍ਹੇ ਦੇ ਟਾਈਮ ਵਾਸਤੇ ਵੀ ਨਿਕਲੋ, ਤੁਸੀਂ ਪ੍ਰੋਪਰ ਵਿੰਟਰ ਗੇਅਰ ਪਾ ਕੇ ਜ਼ਰੂਰ ਆਓ। ਉਸ ਤੋਂ ਬਾਅਦ ਇੱਕ ਹੋਰ ਗੱਲ ਹੈ ਕਿ ਤੁਸੀਂ ਸਤਰਕ ਰਹੋ। ਜਦੋਂ ਤੁਸੀਂ ਬਾਹਰ ਜਾਂਦੇ ਹੈਗੇ ਹੋ ਵਿੰਟਰ ਦੇ ਵਿੱਚ, ਤੁਸੀਂ ਇਹ ਵੇਖੋ ਕਿ ਤੁਹਾਡੇ ਆਸ ਪਾਸ ਕੀ ਹੋ ਰਿਹਾ ਹੈਗਾ, ਕਿਉਂਕਿ ਕਈ ਵਾਰ ਸਨੋ ਦੇ ਵਿੱਚ ਗੱਡੀਆਂ ਜਿਹੜੀ ਹੈਗੀ ਨਾ ਉਹ ਸਲਿਪ ਹੋ ਜਾਂਦੀਆਂ ਨੇ, ਅਤੇ ਲੋਕੀ ਅੱਜ ਕੱਲ੍ਹ ਦੀ ਜਿਹੜੀ ਸਪੈਸ਼ਲੀ ਜਨਰੇਸ਼ਨ ਹੈਗੀ ਉਹ ਬਾਹਰ ਨਿਕਲਦੇ ਹੈਗੇ ਨੇ, ਫੋਨ ਦੇ ਵਿੱਚ ਉਹਨਾਂ ਦਾ ਧਿਆਨ ਹੁੰਦਾ ਹੋਗਾ,
ਉਹ ਫੋਨ ਦੇ ਵਿੱਚ ਲੱਗੇ ਰਹਿੰਦੇ ਹੈਗੇ ਨੇ, ਕੰਨਾਂ ਤੇ ਉਹਨਾਂ ਨੇ ਉਹ ਈਅਰਬਡਸ ਪਾਏ ਹੁੰਦੇ ਨੇਗੇ, ਮਿਊਜ਼ਿਕ ਲਾਊਡ ਮਿਊਜ਼ਿਕ ਚੱਲ ਰਿਹਾ ਹੁੰਦਾ, ਆਸ-ਪਾਸ ਦੀ ਕੋਈ ਹੋਸ਼ ਨਹੀਂ ਹੁੰਦੀ। ਤੇ ਯੂ ਮਸਟ ਨਾਟ ਡੂ ਦੈਟ। ਤੁਸੀਂ ਜਦੋਂ ਬਾਹਰ ਵਾਕ ਕਰਦੇ ਹੈਗੇ ਹੋ, ਤੁਸੀਂ ਸਤਰਕ ਰਹੋ ਕਿ ਤੁਹਾਡੇ ਆਸ-ਪਾਸ ਕੀ ਹੋ ਰਿਹਾ ਹੈਗਾ। ਮੈਂ ਤੁਹਾਨੂੰ ਫਿਰ ਆਪਣੇ ਇੱਕ ਕੇਸ ਦਾ ਐਗਜ਼ਾਮਪਲ ਦਾਂਗੀ। ਉਸ ਦੇ ਵਿੱਚ ਬੰਦਾ ਜਿਹੜਾ ਹੈਗਾ ਸੀ ਸਾਈਡ ਵਾਕ ਤੇ ਚੱਲ ਰਿਹਾ ਸੀ, ਇੱਕ ਹੋਰ ਬੰਦਾ ਜਿਹੜਾ ਸਟਰੀਟ ਤੇ ਡਰਾਈਵ ਕਰਦਾ ਸੀਗਾ, ਉਹਨਾਂ ਦੀ ਗੱਡੀ ਜਿਹੜੀ ਹੈ ਨਾ ਸਨੋ ਟਾਇਰ ਪ੍ਰੋਪਰ ਨਹੀਂ ਸੀ, ਉਹਨਾਂ ਦੀ ਗੱਡੀ ਜਿਹੜੀ ਸੀ ਸਨੋ ਦੀ ਵਜ੍ਹਾ ਨਾਲ ਸਲਿਪ ਹੋਣੀ ਸ਼ੁਰੂ ਹੋ ਗਈ। ਤੇ ਉਹਨਾਂ ਨੂੰ ਪਤਾ ਸੀ ਵੀ ਬੰਦੇ ਜਿਹੜੇ ਹੈਗੇ ਨੇ ਸਾਈਡ ਵਾਕ ਤੇ ਜਾ ਰਹੇ ਹੈਗੇ ਨੇ। ਉਹਨਾਂ ਨੇ ਆਪਣੀ ਤਰਫੋਂ ਉਹਨਾਂ ਨੂੰ ਸਤਰਕ ਕਰਨ ਵਾਸਤੇ ਹੌਂਕ ਕੀਤਾ, 2-3 ਵਾਰ ਉਹਨਾਂ ਨੇ ਹੌਂਕ ਕੀਤਾ, ਜਿੰਨਾ ਉਹਨਾਂ ਕੋਲ ਹੋ ਪਿਆ। ਬਿਕੋਜ਼ ਯੂ ਡੋਂਟ ਹੈਵ ਅ ਨੋਟਿਸ ਕਿ ਇੱਕਦਮ ਨਾਲ ਤੁਹਾਡੀ ਗੱਡੀ ਸਲਿਪ ਹੋ ਗਈ। ਉਹਨਾਂ ਨੇ 2-4 ਵਾਰ ਹੌਂਕ ਕੀਤਾ, ਲੇਕਿਨ ਜਿਹੜਾ ਬੰਦਾ ਜਾਂਦਾ ਸੀ ਸਾਈਡ ਵਾਕ ਤੇ ਉਹਨਾਂ ਨੇ ਸੁਣਿਆ ਨਹੀਂ। ਕਿਉਂ ਨਹੀਂ ਸੁਣਿਆ? ਕਿਉਂਕਿ ਕੰਨਾਂ ਦੇ ਵਿੱਚ ਉਹਨਾਂ ਨੇ ਆਪਣੇ ਈਅਰ ਪਲੱਗਸ ਲਗਾਏ ਸੀ, ਖੂਬ ਲਾਊਡ ਮਿਊਜ਼ਿਕ ਦਾ, ਤੇ ਪਤਾ ਨਹੀਂ ਚੱਲਿਆ। ਤੇ ਉਹ ਜਿਹੜੀ ਐਕਸੀਡੈਂਟ ਸੀਗਾ ਉਹ ਅਵੋਇਡ ਹੋ ਸਕਦਾ ਸੀਗਾ। ਤੇ ਇਸੀ ਸੇਮ ਤਰੀਕੇ ਨਾਲ ਜੇ ਤੁਸੀਂ ਰਾਤੀ ਜਾਂਦੇ ਹੈਗੇ ਹੋ, ਨਿਕਲਦੇ ਹੈਗੇ ਹੋ ਬਾਹਰ, ਤੇ ਹੈਵ ਸਮਥਿੰਗ ਲਾਈਫ ਰਿਫਲੈਕਟਿੰਗ ਸਰਫੇਸ, ਚਾਹੇ ਫਲੈਟ ਲਾਈਟ ਹੋ, ਕੁਛ ਵੀ ਹੋਏ, ਤਾਂ ਕਿ ਲੋਕਾਂ ਨੂੰ ਪਤਾ ਚੱਲੇ ਤੁਸੀਂ ਵਾਕ ਕਰਦੇ ਹੈਗੇ ਹੋ। ਇਹ ਤੇ ਹੈਗੇ ਤੁਹਾਡੇ ਟਿਪਸ ਟੂ avoid a fall in the winter time। ਪਰ ਫਰਜ਼ ਕਰੋ ਕਿਸੇ ਦੀ ਕੋਈ ਬੰਦਾ ਗਿਰ ਜਾਂਦਾ ਹੈਗਾ, ਰੱਬ ਨਾ ਕਰੇ ਗਿਰ ਜਾਂਦਾ, ਚੋਟ ਲੱਗ ਜਾਂਦੀ, ਤੇ ਮਸਟ ਸੀਕ ਮੈਡੀਕਲ ਅਟੈਂਸ਼ਨ। ਤੁਸੀਂ ਹੈਲਪ ਲਓ। ਤੇ ਜੇ ਤੁਹਾਡੇ ਆਸ-ਪਾਸ ਕੋਈ ਹੈਗਾ ਜਿਹਨੇ ਤੁਹਾਡੀ ਫਾਲ ਨੂੰ ਹੁੰਦੇ ਹੋਏ ਦੇਖਿਆ ਹੈਗਾ ਜਾਂ ਵਿਟਨੈਸ ਕੀਤੀ ਹੈਗੀ ਵੀ ਤੁਸੀਂ ਗਿਰ ਕੇ ਹੋ ਗਏ ਹੋ, ਜਾਂ ਤੁਹਾਡੇ ਗਿਰਨ ਦੇ ਬਾਅਦ ਵੀ ਬੰਦਾ ਆਇਆ, ਉਹ ਦੇਖਦਾ ਕਿ ਚਾਰੋਂ ਤਰਫ ਤੁਹਾਡੇ ਸਨੋ ਹੈਗੀ ਸੀ ਜਾਂ ਆਈਸ ਹੈਗੀ ਸੀ, ਜਾਂ ਪਾਰਕਿੰਗ ਲਾਟ ਦੇ ਵਿੱਚ ਕਿਸੇ ਨੇ ਸਾਲਟ ਵਗੈਰਾ ਨਹੀਂ ਪਾਇਆ ਸੀਗਾ ਜਿਹੜਾ ਪਾਉਣਾ ਚਾਹੀਦਾ ਸੀਗਾ, ਤੇ ਤੁਸੀਂ ਉਸ ਬੰਦੇ ਦੀ ਇਨਫੋਰਮੇਸ਼ਨ ਜ਼ਰੂਰ ਲੈ ਲਓ। ਆਈ ਨੋ ਕਿ ਉਸ ਟਾਈਮ ਬੰਦੇ ਨੂੰ ਹੋਸ਼ ਨਹੀਂ ਹੁੰਦੀ, ਬੰਦੇ ਦੀ ਚੋਟ ਲੱਗ ਜਾਂਦੀ ਹੈਗੀ, ਸਪੈਸ਼ਲੀ ਅਗਰ ਕੋਈ ਸੀਰੀਅਸ ਹੋ ਗਏ, ਹੈਡ ਤੇ ਚੋਟ ਲੱਗ ਜਾਏ ਤੇ ਬੰਦੇ ਨੂੰ ਉਸ ਟਾਈਮ ਇੰਨੀ ਹੋਸ਼ ਨਹੀਂ ਹੁੰਦੀ। ਲੇਕਿਨ ਜੇ ਪੋਸੀਬਲ ਹੋਏ, ਤੁਸੀਂ ਤੁਹਾਡੇ ਆਸ-ਪਾਸ ਦੇ ਬੰਦੇ ਹੈਗੇ ਨੇ ਉਹਨਾਂ ਕੋਲੋਂ ਉਹਨਾਂ ਦੀ ਇਨਫੋਰਮੇਸ਼ਨ ਲੈ ਲਓ। ਜੇ ਤੁਸੀਂ ਖੁਦ ਖੜੇ ਹੋ ਕੇ ਪਿਕਚਰਸ ਨਹੀਂ ਲੈ ਸਕਦੇ, ਜਿਹੜੇ ਆਸ-ਪਾਸ ਬੰਦੇ ਹੋ ਗਏ ਨੇ, ਜੇ ਤੁਹਾਡੇ ਕੋਲ ਕੋਈ ਆ ਕੇ ਕਹਿੰਦਾ ਵੀ ਤੁਹਾਨੂੰ ਕੋਈ ਹੈਲਪ ਚਾਹੀਦੀ ਹੈਗੀ, ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਪਲੀਜ਼ ਤੁਸੀਂ ਨਾ ਇਹ ਪਿਕਚਰ ਲੈ ਲਓ ਉਸ ਸੀਨ ਦੀ, ਐਕਸੀਡੈਂਟ ਦੀ। ਜਾਂ ਫਿਰ ਅੱਜ ਕੱਲ੍ਹ ਲੋਕੀ ਮੈਨੂੰ ਨਾ ਛੋਟਾ ਜਿਹਾ ਵੀਡੀਓ ਕਲਿੱਪ ਬਣਾ ਕੇ ਭੇਜ ਦਿੰਦੇ ਨੇ, ਜਿਵੇਂ ਕਿ ਇਹ ਦੇਖੋ ਜੀ ਇਹ ਸੀਨ ਹੈਗਾ ਸੀ, ਤੁਸੀਂ ਦੇਖੋ ਕੋਈ ਵੀ ਮਤਲਬ 10 ਸੈਕਿੰਡ ਦਾ 20 ਸੈਕਿੰਡ ਦਾ ਵੀਡੀਓ ਕਲਿੱਪ ਬਣਾ ਕੇ ਸਾਨੂੰ ਭੇਜ ਛੱਡਿਆ ਕਿ ਦੇਖੋ ਜੀ ਸਾਰੋਂ ਤਰਫ ਬਲੈਕ ਆਈਸ ਹੈਗੀ ਜਾਂ ਕੁਛ ਹੈ, ਤਾਂ ਕਿ ਤੁਹਾਡਾ ਐਵੀਡੈਂਸ ਜਿਹੜਾ ਹੈਗਾ ਉਹ ਪ੍ਰੀਜ਼ਰਵ ਹੋ ਜਾਏ। ਜੇ ਆਸ-ਪਾਸ ਤੁਸੀਂ ਦੇਖਦੇ ਹੈਗੇ ਹੋ ਵੀ ਕੋਈ ਬੱਸ ਹੈਗੀ, ਪਬਲਿਕ ਟਰਾਂਸਪੋਰਟੇਸ਼ਨ ਹੈਗਾ, ਤੇ ਉਹਨਾਂ ਦੀ ਇਨਫੋਰਮੇਸ਼ਨ ਜ਼ਰੂਰ ਲੈ ਲਓ। ਕਿਉਂਕਿ 1-2 ਕੇਸਿਸ ਦੇ ਵਿੱਚ ਇਸ ਤਰ੍ਹਾਂ ਦੇ ਕੇਸਿਸ ਹੋਏ ਨੇ ਜਿਵੇਂ ਬੰਦੇ ਸਲਿਪ ਐਂਡ ਫਾਲ ਉਹਨਾਂ ਦੀ ਸਾਈਡ ਵਾਕ ਦੇ ਉੱਤੇ ਹੋਏ, ਲੇਕਿਨ ਮਤਲਬ ਉਹਨਾਂ ਨੂੰ ਪਤਾ ਸੀ ਵੀ ਇਸ ਜਿਹੜੀ ਰੂਟ ਦੀ ਹੈਗੀ ਉਹ ਬੱਸ ਉੱਤਰ ਖੜੀ ਹੈਗੀ ਸੀ, ਤੇ ਬੱਸ ਤਕਰੀਬਨ ਬੱਸਾਂ ਦੇ ਵਿੱਚ ਡੈਸ਼ ਕੈਮ ਲੱਗੇ ਹੋਏ ਨੇ, ਤੇ ਉਹ ਜਿਹੜਾ ਨਾ ਸਾਰੇ ਰਿਕਾਰਡ ਕਰਦੇ ਰਹਿੰਦੇ ਨੇ। ਤੇ ਐਟ ਦੀ ਐਂਡ ਆਫ ਦ ਡੇ ਫਿਰ ਉਹ ਥੋੜੇ ਟਾਈਮ ਬਾਅਦ ਫਿਰ ਦੇ ਡਿਸਪੋਜ਼ ਆਫ ਦ ਵੀਡੀਓ, ਫਿਰ ਓਵਰ ਐਂਡ ਓਵਰ ਉਸੀ ਵੀਡੀਓ ਤੇ ਰਿਕਾਰਡ ਕਰਦੇ ਹੈਗੇ ਨੇ। ਕਿਉਂਕਿ ਸਾਨੂੰ ਪਤਾ ਸੀਗਾ ਵੀ ਉੱਥੇ ਬੱਸ ਹੈਗੀ ਸੀ, ਅਸੀਂ ਇੱਕਦਮ ਕਾਂਟੈਕਟ ਕਰਕੇ ਇਨਫੋਰਮੇਸ਼ਨ ਲੈ ਲਈ, ਸਾਨੂੰ ਵੀਡੀਓ ਮਿਲ ਗਿਆ ਸਾਡੇ ਕਲਾਇੰਟ ਦੀ ਸਲਿਪ ਐਂਡ ਫਾਲ ਦਾ। ਤੇ ਇਸ ਤਰ੍ਹਾਂ ਦੀ ਜੇ ਤੁਸੀਂ ਉਸ ਟਾਈਮ ਥੋੜ੍ਹੀ ਜਿਹੀ ਸਾਵਧਾਨੀ ਵਰਤੋ, ਥੋੜ੍ਹਾ ਜਿਹਾ ਜਾਗਰੂਕ ਰਹੋ ਵੀ ਆਸ-ਪਾਸ ਕੀ ਹੋ ਰਿਹਾ ਹੈਗਾ, ਤੇ ਤੁਸੀਂ ਸਾਨੂੰ ਕਾਂਟੈਕਟ ਕਰੋ ਜਾਂ ਕਿਸੇ ਲਾਇਰ ਨੂੰ ਕਾਂਟੈਕਟ ਕਰੋ, ਤਾਂ ਕਿ ਉਹ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹ ਪ੍ਰੀਜ਼ਰਵ ਕਰ ਸਕਣ। ਕਿਉਂਕਿ ਜੇ ਸਿਟੀ ਦੇ ਨੈਗਲੀਜੈਂਸ ਦੇ ਨਾਲ ਤੁਹਾਡੀ ਸਲਿਪ ਐਂਡ ਫਾਲ ਹੋਈ ਹੈ, ਜੇ ਸਿਟੀ ਦਾ ਫਰਜ਼ ਬੰਦਾ ਸੀ ਉਹ ਸਨੋ ਜਾਂ ਬਲੈਕ ਆਈਸ ਕਲੀਅਰ ਕਰਨ, ਸਾਲ ਪਾਉਣ, ਉਹਨਾਂ ਨੇ ਨਹੀਂ ਕੀਤਾ, ਤੇ ਉਹਨਾਂ ਨੂੰ ਤੁਹਾਨੂੰ 10 ਡੇਜ਼ ਦੇ ਅੰਦਰ ਅੰਦਰ ਨੋਟਿਸ ਦੇਣਾ ਪੈਂਦਾ ਹੈਗਾ। ਤੇ ਨਾਟ ਜਸਟ ਦੈਟ ਕਿ ਤੁਹਾਨੂੰ ਇਟਸ ਨਾਟ ਗੁੱਡ ਇਨਫ ਟੂ ਸੇ ਵੀ ਇਸ ਸਟਰੀਟ 'ਤੇ ਤੁਸੀਂ ਗਿਰ ਗਏ, ਯੂ ਹੈਵ ਟੂ ਆਈਡੈਂਟੀਫਾਈ ਕਿ ਤੁਸੀਂ ਐਗਜ਼ੈਕਟਲੀ ਕਿਸ ਸਪੌਟ 'ਤੇ ਗਿਰੇ ਸੀ। ਜੇ ਤੁਹਾਡਾ ਸਲਿਪ ਐਂਡ ਫਾਲ ਕਿਸੇ ਦੇ ਪ੍ਰੋਪਰਟੀ ਦੇ ਘਰ ਦੇ ਅੱਗੇ ਹੁੰਦਾ, ਨੋਟ ਡਾਊਨ ਦੀ ਐਡਰੈਸ, ਤਾਂ ਕਿ ਜਦੋਂ ਅਸੀਂ ਉਹਨਾਂ ਨੂੰ ਨੋਟਿਸ ਦਈਏ ਵਿਦਿਨ 10 ਡੇਜ਼, ਉਹਨਾਂ ਨੂੰ ਅਸੀਂ ਦੱਸ ਸਕਦੇ ਹਾਂ ਵੀ ਇਸ ਐਡਰੈਸ ਦੇ ਸਾਹਮਣੇ ਜਿਹੜੀ ਹੈਗੀ ਸੀ ਇਹ ਤੁਹਾਡੀ ਸਲਿਪ ਐਂਡ ਫਾਲ ਹੋਇਆ ਹੈਗਾ। ਤੇ ਇਹ ਜਿਹੜੀ ਇਨਫੋਰਮੇਸ਼ਨ ਪ੍ਰੀਜ਼ਰਵ ਕਰਨੀ ਬਹੁਤ ਜ਼ਰੂਰੀ ਹੈਗੀ। ਤੇ ਇੱਕ ਹੋਰ ਮੈਂ ਗੱਲ ਦੇਖੀ ਹੈਗੀ, ਜਿਹੜੇ ਆਈ ਡੋਂਟ ਨੋ ਕਿ ਸਾਡੇ ਲਿਸਨਰਸ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਹੈ ਕਿ ਨਹੀਂ ਹੈਗੀ। ਮੈਂ ਨਾ ਕੁਝ ਕੇਸਿਸ ਦੇਖੇ ਨੇ ਰਜਿੰਦਰ ਜੀ, ਸਵਿਮਿੰਗ ਪੂਲ ਦੇ ਕੇਸਿਸ, ਐਂਡ ਦੇ ਆਰ ਵੈਰੀ ਵੈਰੀ ਅਨਫੋਰਚੂਨੇਟ ਕੇਸਿਸ। ਤੇ ਕੀ ਹੁੰਦਾ ਹੈ, ਜਿਵੇਂ ਕੁਛ ਲੋਕ ਔਨ ਪਰਪਸ, ਜਿਵੇਂ ਕਿੰਨੇ ਲੋਕਾਂ ਦੇ ਘਰ ਦੇ ਵਿੱਚ ਸਵਿਮਿੰਗ ਪੂਲ ਹੁੰਦੇ ਨੇ, ਜਿਹੜੀ ਟੌਪ ਲੇਅਰ ਹੈਗੀ ਨਾ ਉਹ ਫਰੀਜ਼ ਹੋ ਜਾਂਦੀ ਹੈਗੀ ਵਿੰਟਰ ਦੇ ਵਿੱਚ, ਤੇ
ਕਈ ਲੋਕ ਉਸ ਦੇ ਉੱਤੇ ਬੰਦੇ ਜਾ ਕੇ ਸੋਚਦੇ ਹੈਗੇ ਨੇ ਵੀ ਅਸੀਂ ਸਕੇਟਿੰਗ ਕਰ ਲਈਏ, ਕੁਝ ਕਹੀਏ ਜਾਂ ਜਸਟ ਫॉर ਫਨ ਦੇ ਗੋ, ਤੇ ਉੱਥੇ ਉਹਨਾਂ ਦਾ ਸਲਿਪ ਐਂਡ ਫਾਲ ਹੋ ਜਾਂਦਾ। ਦੈਟਸ ਵੈਰੀ ਬੈਡ। ਐਂਡ ਐਜ਼ ਅ ਮੈਟਰ ਆਫ ਫੈਕਟ ਕੁਝ ਲੋਕ ਐਸੇ ਵੀ ਹੋਏ ਨੇ ਜਿਨ੍ਹਾਂ ਦਾ ਕਿਸੇ ਹੋਰ ਦੇ ਘਰ ਗਏ, ਉਹਨਾਂ ਨੂੰ ਨਹੀਂ ਪਤਾ ਉੱਥੇ ਕੀ ਸਵਿਮਿੰਗ ਪੂਲ ਹੈਗਾ, ਕਿਉਂਕਿ ਉਹਨਾਂ ਦੇ ਬੈਕਯਾਰਡ 'ਤੇ ਚਲੇ ਗਏ। ਉਹਦੇ ਵਿੱਚ ਕੀ ਹੋਇਆ ਵੀ ਜਿਵੇਂ ਜਦੋਂ ਕਾਫੀ ਸਾਰੀ ਸਨੋ ਪੈਂਦੀ ਹੈਗੀ ਤੇ ਜਿਵੇਂ ਤੁਹਾਡਾ ਇਨ ਗਰਾਊਂਡ ਸਵਿਮਿੰਗ ਪੂਲ ਹੁੰਦਾ ਨਾ, ਉਹ ਸਾਰਾ ਕਵਰ ਹੋ ਜਾਂਦਾ ਜੀ। ਜੇ ਕੋਈ ਬੰਦਾ ਤੁਹਾਡੇ ਘਰ ਦੇ ਵਿੱਚ ਆਇਆ, ਉਹਨੂੰ ਨਹੀਂ ਪਤਾ ਕਿ ਇਹ ਜਿਹੜਾ ਹੈਗਾ ਸਵਿਮਿੰਗ ਪੂਲ ਹੈਗਾ, ਉਹ ਸਾਰੀ ਦੀ ਸਾਰੀ ਚੀਜ਼ ਜਿਹੜੀ ਹੈਗੀ ਉਹ ਸਨੋ ਨਾਲ ਕਵਰ ਹੈਗੀ। ਤੇ ਉਹਨਾਂ ਦਾ ਜਿਵੇਂ ਕੋਈ ਬਾਹਰੋਂ ਕੋਈ ਬੰਦਾ ਆਇਆ, ਉਹ ਸਨੋ ਦੇ ਉੱਤੇ ਚੱਲ ਪਏ, ਉਹਨਾਂ ਨੂੰ ਨਹੀਂ ਪਤਾ ਕਿ ਇਹ ਇਨ ਗਰਾਊਂਡ ਪੂਲ ਹੈਗਾ। ਤੇ ਪੂਲ ਦੀ ਜਿਹੜੀ ਉੱਤੇ ਵਾਲੀ ਲੇਅਰ ਜਿਹੜੀ ਸੀ ਉਹਦੇ ਵਿੱਚ ਤੇ ਆਈਸ ਬਣੀ ਹੋਈ ਸੀ, ਥੱਲੇ ਵਾਲੀ ਲੇਅਰ ਦੇ ਵਿੱਚ ਉਹ ਪੂਰੀ ਸਟਰੋਂਗ ਆਈਸ ਨਹੀਂ ਸੀ, ਤੇ ਉਹ ਬੰਦਾ ਉਹਦੇ ਵਿੱਚ ਡਿੱਗ ਪਿਆ। ਤੇ cases like that they do happen. Be very very careful। ਜੇ ਤੁਹਾਡਾ ਇਸ ਤਰ੍ਹਾਂ ਦਾ ਸਵਿਮਿੰਗ ਪੂਲ ਵਗੈਰਾ ਹੈਗਾ, ਮੇਕ ਸ਼ੋਰ ਵੀ ਯੂ ਆਰ ਵੈਰੀ ਵੈਰੀ ਕੇਅਰਫੁਲ ਕਿ ਤੁਹਾਡੇ ਆਪਣੇ ਘਰ ਦੇ ਬੰਦੇ ਵੀ ਨਾ ਜਾਣ, ਤੇ ਬਾਹਰੋਂ ਵੀ ਕੋਈ ਬੰਦਾ ਆਉਂਦਾ ਹੈਗਾ, ਡੋਂਟ ਲੈਟ ਐਨੀਬਡੀ ਗੋ। ਪਤਾ ਹੋਣਾ ਚਾਹੀਦਾ ਵੀ ਇਹ ਸਵਿਮਿੰਗ ਪੂਲ ਦੇ ਉੱਤੇ ਜਾਣਾ ਅਲਾਉਡ ਨਹੀਂ ਹੋ ਗਿਆ, ਬਿਕਾਜ਼ ਥੀਸ ਕੇਸਿਸ ਡੂ ਹੈਪਨ। ਸਮਟਾਈਮ ਦੇ ਕੈਨ ਬੀ ਲਾਈਫ ਥ੍ਰੈਟਨਿੰਗ, ਕਿਉਂਕਿ ਜੇ ਬੰਦਾ ਕੋਈ ਗਿਰ ਵੀ ਜਾਂਦਾ ਸਵਿਮਿੰਗ ਪੂਲ ਦੇ ਵਿੱਚ ਸਲਿਪ ਹੋ ਕੇ, ਤੇ ਤੁਸੀਂ 911 ਨੂੰ ਕਾਲ ਕਰੋ। ਜਦ ਤੱਕ 911 ਆਉਂਦੇ ਹੈਗੇ ਨੇ, the person could die of hypothermia। ਤੇ ਇਹ ਜਿਹੜੀ ਇਸ ਬਾਰੇ ਵਿੱਚ ਹੈ ਨਾ, ਲੋਕੀ ਜ਼ਿਆਦਾ ਗੱਲ ਨਹੀਂ ਕਰਦੇ ਹੈਗੇ, ਕਿਉਂਕਿ ਇਸ ਤਰ੍ਹਾਂ ਦੇ ਕੇਸਿਸ ਰੇਅਰ ਹੁੰਦੇ ਨੇ, ਪਰ ਹੁੰਦੇ ਹੈਗੇ ਨੇ। ਸੋ ਬੀ ਵੈਰੀ ਵੈਰੀ ਕੇਅਰਫੁਲ ਵਿਦ ਥੀਸ ਕਾਈਂਡ ਆਫ ਕੇਸਿਸ। ਤੇ ਇਸ ਬਾਰੇ ਵਿੱਚ ਕਿਸੇ ਹੋਰ ਨੂੰ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੈ, ਯੂ ਕੈਨ ਗਿਵ ਅਸ ਅ ਕਾਲ। ਜਿਹੜੀ ਮੋਸਟਲੀ ਜੇ ਤੁਸੀਂ ਕਿਸੇ ਹੋਰ ਦੇ ਡਰਾਈਵੇ ਦੇ ਉੱਤੇ ਗਿਰੇ ਹੈਗੇ ਹੋ, ਉਹਨਾਂ ਨੇ ਪ੍ਰੋਪਰ ਆਪਣੀ ਸਨੋ ਨਹੀਂ ਸਾਫ਼ ਕੀਤੀ ਹੈਗੀ, ਮਤਲਬ ਰੀਜ਼ਨੇਬਲ ਸਟੈਪ ਨਹੀਂ ਲਿੱਤੇ ਇਨ ਦ ਸਰਕਮਸਟੈਂਸਿਸ, ਤੇ ਤੁਸੀਂ ਉਹਨਾਂ ਨੂੰ ਸੂ ਕਰਕੇ ਉਹਨਾਂ ਦੀ ਇੰਸ਼ੋਰੈਂਸ ਕੰਪਨੀ ਕੋਲੋਂ ਤੁਸੀਂ ਕਲੇਮ ਲੈ ਸਕਦੇ ਹੈਗੇ ਹੋ। ਲੇਕਿਨ ਜੇ ਤੁਹਾਡੀ ਆਪਣੀ ਪ੍ਰਾਪਰਟੀ ਹੈਗੀ, ਫਰਜ਼ ਕਰੋ ਤੁਸੀਂ ਤੁਸੀਂ ਆਪਣੇ ਡਰਾਈਵੇ ਵਿੱਚੋਂ ਬਾਹਰ ਨਿਕਲੇ ਹੈਗੇ ਹੋ, ਤੇ ਤੁਹਾਡੀ ਆਪਣੀ ਪ੍ਰਾਪਰਟੀ ਹੈਗੀ, ਤੁਸੀਂ ਆਪਣੀ ਨੈਗਲੀਜੈਂਸ ਨਾਲ, ਕਿਉਂਕਿ ਤੁਸੀਂ ਸਨੋ ਨਹੀਂ ਕਲੀਅਰ ਕੀਤੀ ਹੈ, ਕਿਸੇ ਨੂੰ ਹਾਇਰ ਨਹੀਂ ਕੀਤਾ, ਆਪਣੀ ਨੈਗਲੀਜੈਂਸ ਨਾਲ ਗਿਰੇ ਹੋ, ਤੇ ਫਿਰ ਤੁਸੀਂ ਕਲੇਮ ਨਹੀਂ ਕਰ ਸਕਦੇ, ਕਿਉਂਕਿ ਮੋਸਟ ਇੰਸ਼ੋਰੈਂਸ ਕੰਪਨੀਜ਼ ਹੁੰਦੀਆਂ ਨੇ ਨਾ, ਉਹ ਜਿਹੜੀ ਹੋਮ ਇੰਸ਼ੋਰੈਂਸ ਪਾਲਿਸੀ ਹੁੰਦੀ ਹੈ, ਉਹ ਘਰ ਦੇ ਵਿੱਚ ਜਿਹੜੇ ਰੈਜ਼ੀਡੈਂਟ ਹੁੰਦੇ ਨੇ ਉਹਨਾਂ ਨੂੰ ਐਕਸਕਲੂਡ ਕਰਦੀ ਹੈਗੀ, ਪਰ ਤੁਸੀਂ ਆਪਣੀ ਨੈਗਲੀਜੈਂਸ ਦੇ ਉੱਤੇ ਇੰਸ਼ੋਰੈਂਸ ਨੂੰ ਨਹੀਂ ਸੂ ਕਰ ਸਕਦੇ, ਕਿਉਂਕਿ ਇਟਸ ਯੋਰ ਓਨ ਫਾਲਟ। ਇੱਕ ਹੋਰ ਮੈਂ ਇਨਫੋਰਮੇਸ਼ਨ ਦੇਣਾ ਚਾਹੁੰਦੀ ਹੈਗੀ ਆ, ਸਪੈਸ਼ਲੀ ਤੁਸੀਂ ਜਿਵੇਂ ਅੱਜ ਗੱਲ ਕੀਤੀ ਸੀ ਵੀ ਜਿਵੇਂ ਤੁਸੀਂ ਗੱਡੀ ਨੂੰ ਕਈ ਵਾਰ ਪਾਰਕ ਕਰਦੇ ਹੋ, ਨਿਕਲਦੇ ਹੈਗੇ ਹੋ, ਬਹੁਤ ਲੋਕਾਂ ਨੂੰ ਗੱਲ ਨਹੀਂ ਪਤਾ ਕਿ ਫਰਜ਼ ਕਰੋ ਤੁਸੀਂ ਕਿਸੇ ਸ਼ਾਪਿੰਗ ਮਾਲ ਦੇ ਉੱਤੇ ਗਏ, ਤੁਸੀਂ ਉੱਥੇ ਆਪਣੀ ਗੱਡੀ ਪਾਰਕ ਕੀਤੀ, ਤੁਸੀਂ ਆਪਣੀ ਗੱਡੀਆਂ ਵਿੱਚੋਂ ਨਿਕਲ ਰਹੇ ਹੈਗੇ ਹੋ, ਠੀਕ ਹੈ, ਤੇ ਉੱਥੇ ਥੱਲੇ ਤੁਹਾਡੀ ਆਈਸ ਹੈਗੀ, ਤੁਸੀਂ ਗੱਡੀ ਦੇ ਵਿੱਚੋਂ ਇੱਕ ਸਟੈਪ ਬਾਹਰ ਨਿਕਲਿਆ, ਤੁਸੀਂ ਅੱਧੀ ਗੱਡੀ ਵਿੱਚੋਂ ਅੱਧੀ ਗੱਡੀ ਤੋਂ ਬਾਹਰ ਹੋ ਗਏ, ਤੁਸੀਂ ਨਿਕਲ ਕੇ ਸਲਿਪ ਹੋ ਗਏ, ਗਿਰ ਗਏ, ਤੇ ਤੁਹਾਡੀ ਗੱਡੀ ਖੁੱਲੀ ਸੀ, ਸਟਿਲ ਔਨ ਸੀਗੀ, ਤੇ ਦੈਟ ਕੈਨ ਆਲਸੋ ਬੀ ਅ ਕਾਰ ਐਕਸੀਡੈਂਟ। ਹਾਲਾਂਕਿ ਹੈ ਸਲਿਪ ਐਂਡ ਫਾਲ ਹੈਗਾ, ਲੇਕਿਨ ਇਸ ਤਰ੍ਹਾਂ ਦੇ ਅਸੀਂ ਬਹੁਤ ਕੇਸਿਸ ਕੀਤੇ ਨੇ, ਜਿਵੇਂ ਬੰਦਾ ਗੱਡੀਓਂ ਬਾਹਰ ਨਿਕਲਦਾ ਸਲਿਪ ਹੋ ਗਿਆ, ਤੇ ਯੂ ਕੈਨ ਸੇ ਇਟਸ ਯੂਜ਼ ਐਂਡ ਆਪਰੇਸ਼ਨ ਆਫ ਅ ਕਾਰ। ਤੇ ਬਹੁਤ ਸਾਰੇ ਮੈਂ ਕੇਸਿਸ ਇਸ ਤਰ੍ਹਾਂ ਦੇ ਹੈਂਡਲ ਕੀਤੇ ਨੇ। ਹਰ ਸਰਕਮਸਟੈਂਸਿਸ ਡਿਫਰੈਂਟ ਹੁੰਦਾ ਹੈ ਰਜਿੰਦਰ ਜੀ, ਲੇਕਿਨ ਕਈ ਵਾਰੀ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚੋਂ ਅਸੀਂ ਲੋਕਾਂ ਨੂੰ ਨੋ ਫਾਲਟ ਬੈਨੀਫਿਟਸ ਵੀ ਦਿਲਾ ਸਕਦੇ ਹੈਗੇ ਆ। ਤੇ ਜਿਹੜੀ ਥੈਰੇਪੀ ਵਗੈਰਾ ਤੁਹਾਡੀ ਆਪਣੀ ਗੱਡੀ ਦੀ ਇੰਸ਼ੋਰੈਂਸ ਹੈਗੀ, ਜਿਹੜੀ ਆਟੋ ਇੰਸ਼ੋਰੈਂਸ ਹੈਗੀ, ਉਹ ਤੁਹਾਡੇ ਕਰੇਗੀ। ਈਚ ਕੇਸ ਇਜ਼ ਡਿਫਰੈਂਟ, ਲੇਕਿਨ ਬਹੁਤ ਸਾਰੇ ਕੇਸਿਸ ਦੇ ਵਿੱਚ ਸਲਿਪ ਐਂਡ ਫਾਲ pertaining to the car or as a car accident ਵੀ claim ਤੁਸੀਂ ਪਾ ਸਕਦੇ ਹੈਗੇ ਹੋ। ਤੇ if you have a case like that, if you know somebody who has a case like that, you want to get more information, you can give me a call. ਮੇਰਾ ਨੰਬਰ ਹੈਗਾ 416-734-0439 416-734-0439। ਲੋ ਜੀ, ਮੈਂ ਨੰਬਰ ਰਿਪੀਟ ਕਰ ਦਿੰਦਾ 416-734-0439। ਪੇਸ ਲਾ ਫਰਮ ਬੜੀ ਵੱਡੀ, ਇਹ ਬਹੁਤ ਵੱਡੀ ਲਾ ਫਰਮ ਹੈ, ਬਹੁਤ ਵੱਡੇ ਵੱਡੇ ਐਮੀਨੈਂਟ ਲਾਇਰ ਇਹਦੇ ਵਿੱਚ ਕੰਮ ਕਰਦੇ ਆ। ਅਨੂ ਜੀ ਵੀ ਉਹਨਾਂ 'ਚੋਂ ਇੱਕ ਨੇ, ਤਾਂ ਇਹ ਐਕਸੀਡੈਂਟ ਕਲੇਮ, ਪਰਸਨਲ ਇੰਜਰੀ ਕਲੇਮ ਦੇ ਨਾਲ ਜ਼ਿਆਦਾ ਕਰਕੇ ਡੀਲ ਕਰਦੇ ਆ। ਅਨੂ ਜੀ, ਕੁਇਕਲੀ ਮੈਂ ਇੱਕ ਬਸ ਇੰਸਟੈਂਸ ਮੈਨੂੰ ਯਾਦ ਆ ਗਿਆ, ਉਹ 'ਤੇ ਆਪਾਂ ਗੱਲ ਤਾਂ ਨਹੀਂ ਕਰਾਂਗੇ, ਪਰ ਮੈਂ ਜਸਟ ਸ਼ੇਅਰ ਮੈਂ ਵੀ ਉਹਦੇ ਬਾਰੇ ਵੀ ਕਰਨਾ ਚਾਹੁੰਦਾ, ਇੱਕ ਅੱਧੇ ਮਿੰਟ 'ਚ ਉਹਦੇ ਬਾਰੇ ਵੀ ਕਮੈਂਟ ਦੇ ਸਕੋ। ਸਾਡੇ ਕੋਲ ਮੀਡੀਆ ਦੇ ਵਿੱਚ ਕੰਮ ਕਰਦੇ ਸੀ, ਕਪਲ ਸੀ, ਹੁਣ ਤਾਂ ਖੈਰ ਉਹ ਕੰਮ ਨਹੀਂ ਕਰਦੇ ਮੈਨੂੰ ਲੱਗਦਾ, ਪਰ ਬੜੇ ਲੌਂਗ ਟਰਮ ਉਹਨਾਂ ਹਸਬੈਂਡ ਵਾਈਫ ਨੇ ਮੀਡੀਆ 'ਚ ਕੰਮ ਕੀਤਾ। ਉਹ ਮੈਨੂੰ ਦੱਸਣ ਲੱਗੇ ਉਹਨਾਂ ਦੇ ਮਿਸਿਸ ਕਿ ਮੈਂ ਇੱਕ ਵਾਰੀ ਕਿਸੇ ਆਫਿਸ 'ਚ ਗਈ, ਔਰ ਉਹ ਕਹਿੰਦੇ ਕਿ ਉਹਨਾਂ ਨੇ ਕੋਈ
ਸਮਾਨ ਪਿਆ ਸੀ ਉਹਨਾਂ ਦੇ ਪੈਕੇਜਸ ਵਗੈਰਾ ਉਹਨਾਂ ਨੇ ਫਲੋਰ 'ਤੇ ਰੱਖੇ ਹੋਏ ਸੀ ਔਰ ਉਹ ਕਹਿੰਦੇ ਕਿ ਮੈਂ ਜਦੋਂ ਐਂਟਰ ਕੀਤੀ ਹਾਂ ਅਤੇ ਉਹ ਮੇਰੇ ਪੈਰਾਂ ਦੇ ਵਿੱਚ ਕਿਸੇ ਨਾ ਕਿਸ ਤਰ੍ਹਾਂ ਉਹ ਆਬਸਟੇਕਲ ਬਣੇ ਔਰ ਡਿੱਗੇ ਵੀ ਇੰਨਾ ਭੈੜਾ ਕਿ ਉਹਨਾਂ ਦੇ ਦੰਦ ਜਿਹੜੇ ਅਗਲੇ ਉੱਪਰਲੇ ਔਰ ਨੀਚੇ ਵਾਲੇ 4 ਮੇਰੇ ਖਿਆਲ ਦੰਦ ਉਹਨਾਂ ਦੇ ਉਹ ਟੁੱਟ ਗਏ ਔਰ ਬੜੀ ਹੀ ਉਹਨਾਂ ਨੂੰ ਪੇਨ ਹੋਈ ਬਲੱਡ ਬਹੁਤ ਮੁਸ਼ਕਿਲ ਉਹਨਾਂ ਨੂੰ ਹੋਈ ਬਾਅਦ 'ਚ ਡੈਂਚਰ ਲੱਗੇ ਸ਼ਾਇਦ ਔਰ ਲੇਡੀਜ਼ ਲਈ ਵੀ ਦੇਖੋ ਇਹ ਤਾਂ ਵੈਸੇ ਵੀ ਬੜਾ ਸੋ ਮੱਚ ਮਤਲਬ ਉਹਨਾਂ ਲਈ ਇੱਕ ਜਿੱਥੇ ਪੇਨਫੁਲ ਹੈ ਐਕਸੀਡੈਂਟ ਉੱਥੇ ਉਹਨਾਂ ਨੂੰ ਕਿੰਨੇ ਸਾਲ ਸਟਰਗਲ ਕਰਨਾ ਪਿਆ ਇਸ ਕਰਕੇ ਤੋ ਆਈ ਡੋਂਟ ਨੋ ਉਹਨਾਂ ਨੇ ਉਹ ਮੈਨੂੰ ਦੱਸ ਰਹੇ ਸੀ ਕਹਿੰਦੇ ਕਿ ਮੈਂ ਕਲੇਮ ਫਾਈਲ ਕੀਤਾ ਹੋਇਆ ਹੈ ਉਹਨਾਂ ਦੀ ਉਦੋਂ ਲੜਾਈ 'ਚ ਇਹ ਗੱਲ ਕੋਈ 5-6-7 ਸਾਲ ਪੁਰਾਣੀ ਗੱਲ ਹੈ ਜਿੱਥੇ ਤੱਕ ਮੈਨੂੰ ਯਾਦ ਆ ਰਿਹਾ ਪਰ ਤੁਹਾਡੇ ਨਾਲ ਗੱਲ ਕਰਦੇ ਕਰਦੇ ਮੈਨੂੰ ਇਹ ਵੀ ਇੰਸਟੈਂਸ ਆਇਆ ਕਿ ਜ਼ਰੂਰੀ ਨਹੀਂ ਕਿ ਤੁਸੀਂ ਸਨੋ 'ਚ ਗਿਰੋ ਅਤੇ ਜੇ ਤੁਹਾਨੂੰ ਸੱਟ ਲੱਗ ਜਾਏ ਸਲਿੱਪ ਐਂਡ ਫਾਲ ਹੋ ਜਾਏ ਕਈ ਵਾਰੀ ਇਸ ਤਰ੍ਹਾਂ ਦੇ ਤੁਹਾਡੇ ਕਿਤੇ ਐਕਸੀਡੈਂਟ ਵੀ ਹੋ ਸਕਦੇ ਆ ਬਿਲਕੁਲ ਰਜਿੰਦਰ ਜੀ ਜੇ ਤੁਸੀਂ ਕਿਸੇ ਦੀ ਜਿਹੜੀ ਸਾਡੀ ਓਨਟਾਰੀਓ ਦੇ ਵਿੱਚ ਲਾਅ ਹੈਗਾ ਨਾ ਉਹਦਾ ਗਵਰਨਿੰਗ ਹੈਗਾ ਆਕਿਊਪਾਇਰਸ ਲਾਇਬਿਲਿਟੀ ਐਕਟ ਉਹਦੇ ਵਿੱਚ ਲਿਖਿਆ ਹੈ ਵੀ ਜੇ ਤੁਸੀਂ ਓਨਰ ਹੋਏ ਹੈ ਜਾਂ ਆਕਿਊਪਾਇਰ ਹੋ ਗਏ ਹੋ ਜਿਵੇਂ ਵੱਡੇ ਕੰਪਨੀਜ਼ ਹੈਗੀ ਨੇ ਜੇ ਰੈਂਟ ਕਰਦੀ ਨੇ ਪ੍ਰੈਮਿਸਿਸ ਤੇ ਓਨਰ ਐਂਡ ਆਕਿਊਪਾਇਰ ਦੀ ਡਿਊਟੀ ਹੈਗੀ ਵੀ ਤੁਸੀਂ ਸਾਰੇ ਰੀਜ਼ਨੇਬਲ ਐਫਰਟਸ ਲਓ ਜੋ ਵੀ ਬੰਦੇ ਤੁਹਾਡੀ ਪ੍ਰੈਮਿਸਿਸ ਦੇ ਉੱਤੇ ਆਉਂਦੇ ਨੇ ਉਹ ਸੇਫ ਹੋਣ ਤੇ ਚਾਹੇ ਉਹ ਤੁਹਾਡੀ ਕਈ ਵਾਰ ਜਿਵੇਂ ਕਲੀਨਰਸ ਆਉਂਦੇ ਨੇ ਜਿਵੇਂ ਸਾਫ਼ ਕਰਦੇ ਹੈਗੇ ਨੇ ਕਈ ਕੇਸਿਸ ਹੁੰਦੇ ਨੇ ਕਲੀਨਰਸ ਆਏ ਸਾਫ਼ ਕੀਤੇ ਉਹਨਾਂ ਨੇ ਪ੍ਰੋਪਰ ਜਿਵੇਂ ਲਗਾਉਂਦੇ ਨਾ ਯੈਲੋ ਸਾਈਨ ਕਾਸ਼ਨ ਦਾ ਨਹੀਂ ਲਗਾਇਆ ਤੇ ਕੋਈ ਬੰਦਾ ਤੁਹਾਡਾ ਆਇਆ ਉਹਨਾਂ ਨੂੰ ਨਹੀਂ ਪਤਾ ਚੱਲਿਆ ਵੀ ਵੈਟ ਫਲੋਰ ਹੈਗਾ ਗਿਰ ਗਿਆ ਇੰਜਰੀਜ਼ ਹੋ ਗਈ ਯੂ ਕੈਨ ਐਬਸੋਲੂਟਲੀ ਮੇਕ ਅ ਕਲੇਮ ਫॉर दैट ਤੁਸੀਂ ਉਹਨਾਂ ਨੂੰ ਸੂ ਕਰ ਸਕਦੇ ਹੈਗੇ ਹੋ ਫਿਰ ਉਹ ਅੱਗੇ ਫਿਰ ਕੀ ਕਰਦੇ ਨੇ ਉਹ ਕਹਿੰਦੇ ਨੇ ਅੱਛਾ ਤੁਸੀਂ ਸਾਨੂੰ ਸੂ ਕੀਤਾ ਹੈਗਾ ਅਸੀਂ ਥਰਡ ਪਾਰਟੀ ਕਰਾਂਗੇ ਕਿਉਂਕਿ ਅਸੀਂ ਤੇ ਕਲੀਨਰਸ ਨੂੰ ਹਾਇਰ ਕੀਤਾ ਸੀਗਾ ਤੇ ਫਿਰ ਉਹ ਕਹਿੰਦੇ ਨੇ ਆ ਕੇ ਕਲੀਨਰਸ ਦੀ ਰਿਸਪੌਂਸਿਬਿਲਿਟੀ ਤੇ ਉਹ ਮਤਲਬ ਇੱਕ ਦੂਜੇ ਤੇ ਨਾ ਫਿੰਗਰ ਪੁਆਇੰਟ ਕਰਦੇ ਹੀ ਰਹਿੰਦੇ ਨੇ ਕਿ ਉਹਦਾ ਫਾਲਟ ਹੈਗਾ ਤੇ ਨੋਬਡੀ ਵਾਂਟਸ ਟੂ ਐਕਸੈਪਟ ਰਿਸਪੌਂਸਿਬਿਲਿਟੀ ਐਸ ਕਰਕੇ ਔਨ ਟਾਈਮ ਜਿਹੜਾ ਹੈਗਾ ਉਹਨਾਂ ਨੂੰ ਨੋਟਿਸ ਦੇਣਾ ਬਹੁਤ ਜ਼ਰੂਰੀ ਹੈਗਾ ਵਿਦਿਨ ਟਾਈਮ ਤਾਂ ਕਿ ਜਿਹੜੇ ਵੀ ਅੱਗੇ ਕੰਟਰੈਕਟਰ ਜਾਂ ਸਬ ਕੰਟਰੈਕਟਰ ਹੋਣ ਉਹ ਜਿਹੜੇ ਹੈਗੇ ਨੇ ਇਨ ਟਾਈਮ ਉਹਨਾਂ ਨੂੰ ਨੋਟਿਸ ਦੇ ਸਕੀਏ ਤਾਂ ਕਿ ਤੁਹਾਡਾ ਕਲੇਮ ਇਫੈਕਟ ਨਾ ਹੋਏ 416-734-0439 ਔਰ ਅਨੂ ਹੋਰਾਂ ਨਾਲ ਗੱਲ ਕਰਦੇ ਅਸੀਂ ਵੀ ਕਈ ਵਾਰੀ ਬੜਾ ਸਿੱਖ ਲੈਂਦੇ ਹਾਂ ਔਰ ਤੁਸੀਂ ਵੀ ਮੈਂ ਸ਼ੋਰ ਹਾਂ ਕਿ ਸਿੱਖਦੇ ਹੋਵੋਗੇ ਤਾਂ ਹੀ ਤੁਹਾਡੀਆਂ ਕਾਲਸ ਬਹੁਤ ਆਉਂਦੀਆਂ ਕਿ ਬੜੀ ਇਨਫੋਰਮੇਟਿਵ ਇਹ ਜਿਹੜੀ ਗੱਲਬਾਤ ਹੁੰਦੀ ਹੈ ਤੋ ਕੱਲਾ ਐਕਸੀਡੈਂਟ ਕਲੇਮ ਪਰਸਨਲ ਇੰਜਰੀ ਕਲੇਮ ਦੀ ਗੱਲ ਨਹੀਂ ਕਰਦੇ ਇਹ ਬੜੀਆਂ ਜਨਰਲ ਨੌਲੇਜ ਦੀਆਂ ਗੱਲਾਂ ਔਰ ਖ਼ਾਸ ਤੌਰ 'ਤੇ ਜਿਹੜੇ ਨਵੇਂ ਇਮੀਗ੍ਰੈਂਟ ਇੱਥੇ ਆਉਂਦੇ ਆ ਬਹੁਤਿਆਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਵਾਸਤੇ ਵੀ ਬੜੀ ਕੀਮਤੀ ਜਾਣਕਾਰੀ ਹੁੰਦੀ ਹੈ ਔਰ ਅਸੀਂ ਇਸ ਨੂੰ WhatsApp 'ਤੇ ਆਪਣੇ YouTube ਚੈਨਲ 'ਤੇ ਪ੍ਰਵਾਸੀ ਟੈਲੀਵਿਜ਼ਨ 'ਤੇ ਕਈ ਜਗ੍ਹਾ 'ਤੇ ਸ਼ੇਅਰ ਵੀ ਕਰਦੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਰੇਡੀਓ ਤੋਂ ਇਲਾਵਾ ਵੀ ਇਹ ਇਨਫੋਰਮੇਸ਼ਨ ਪਹੁੰਚ ਸਕੇ ਅਨੂ ਜੀ ਥੈਂਕ ਯੂ ਸੋ ਮਚ ਅਗਲੇ ਫਰਾਈਡੇ ਫਿਰ ਕਰਦੇ ਹਾਂ ਗੱਲ ਥੈਂਕ ਯੂ ਰਜਿੰਦਰ ਜੀ ਥੈਂਕ ਯੂ ਸੋ ਮਚ